ਵਾਸ਼ਨਾ ਦਾ ਅਰਥ ਹੈ ਲੈਣਾ। ਅਸੀਂ ਲੈਣਾ ਚਾਹੁੰਦੇ ਹਾਂ, ਪਾਉਣਾ ਚਾਹੁੰਦੇ ਹਾਂ, ਖੋਣਾ ਚਾਹੁੰਦੇ ਹਾਂ। ਜਿਸ ਜਗਤ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਵਾਸ਼ਨਾ ਨਿਯਮ ਹੈ। ਇਸ ਜਗਤ ਦੇ ਪਾਰ ਹੁੰਦਿਆਂ ਹੀ ਵਾਸ਼ਨਾ ਦੀ ਥਾਂ ਕਰੁਣਾ ਨਿਯਮ ਬਣ ਜਾਂਦੀ ਹੈ। ਵਾਸ਼ਨਾ ਦਾ ਅਰਥ ਹੈ ਲੈਣਾ, ਕਰੁਣਾ ਦਾ ਅਰਥ ਹੈ ਦੇਣਾ। ਵਾਸ਼ਨਾ ਦੇ ਐਨ ਉਲਟ ਵਾਸ਼ਨਾ ਚਾਹੁੰਦੀ ਹੈ ਦੇਣਾ ਕੁਝ ਵੀ ਨਾ ਪਵੇ, ਸਭ ਮਿਲ ਜਾਵੇ। ਕਰੁਣਾ ਚਾਹੁੰਦੀ ਹੈ ਲੈਣਾ ਕੁਝ ਵੀ ਨਾ ਪਵੇ, ਸਭ ਦੇ ਦਿੱਤਾ ਜਾਵੇ। ਇਹ ਵਾਸ਼ਨਾ ਤੋਂ ਕਰੁਣਾ ਵਿੱਚ ਪ੍ਰਵੇਸ਼ ਹੈ। ਅਰਹਤ ਦੀ ਵਾਸ਼ਨਾ ਨਸ਼ਟ ਹੋ ਗਈ, ਹੁਣ ਉਹ ਚਾਹੇ ਤਾਂ ਸਿੱਧਾ ਸ਼ੂਨਿਆ ਵਿੱਚ ਅਲੋਪ ਹੋ ਸਕਦਾ ਹੈ। ਬੋਧਿਸਤਵ ਨੂੰ ਜੋ ਦੂਸਰਾ ਮਾਰਗ ਹੈ ਉਹ ਕਹਿੰਦਾ ਹੈ ਜੋ ਜੋ ਵਾਸ਼ਨਾ ਤੋਂ ਤੂੰ ਮੰਗਿਆ ਸੀ ਉਹ ਕਰੁਣਾ ਨੂੰ ਵਾਪਿਸ ਮੋੜ ਦੇ, ਨਿਪਟਾਰਾ ਪੂਰਾ ਕਰ ਦੇ। ਜਿਸ ਤੋਂ ਤੂੰ ਚਾਹਿਆ ਸੀ ਉਸ ਨੂੰ ਦੇ ਦੇ। ਬਿਨਾਂ ਦਿੱਤੇ ਖੋਇਆ ਵੀ ਜਾ ਸਕਦਾ ਹੈ, ਬਿਨਾਂ ਵੰਡਿਆਂ ਵੀ ਖੋਇਆ ਜਾ ਸਕਦਾ ਹੈ। ਕੋਈ ਵੰਡਣ ਦੀ ਲਾਜ਼ਮਤਾ ਨਹੀਂ ਹੈ। ਹੁਣ ਕੋਈ ਦਬਾਅ ਨਹੀਂ ਹੈ, ਕੋਈ ਜ਼ਬਰਦਸਤੀ ਨਹੀਂ ਹੈ ਕਿ ਵੰਡ। ਸੱਚ ਤਾਂ ਇਹ ਹੈ ਜਦ ਤੱਕ ਜ਼ੋਰ ਜ਼ਬਰਦਸਤੀ ਹੈ ਵੰਡਣ ਦੀ ਤਦ ਤੱਕ ਸਾਡੇ ਕੋਲ ਵੰਡਣ ਨੂੰ ਕੁਝ ਵੀ ਨਹੀਂ ਹੁੰਦਾ। ਜਿਸ ਦਿਨ ਵੰਡਣ ਨੂੰ ਮਿਲਦਾ ਹੈ ਕੁਝ, ਉਸ ਦਿਨ ਕੋਈ ਜ਼ੋਰ ਜ਼ਬਰਦਸਤੀ ਦਾ ਨਿਯਮ ਨਹੀਂ ਰਹਿ ਜਾਂਦਾ। ਪਰਮ ਸੁਤੰਤਰਤਾ ਹੈ ਚੇਤਨਾ, ਚਾਹੇ ਤਾਂ ਵੰਡੀ ਜਾ ਸਕਦੀ ਹੈ। ਇਹ ਸੂਤਰ ਕਹਿੰਦਾ ਹੈ ਕਰੁਣਾ ਕੋਈ ਸਦਗੁਣ ਨਹੀਂ ਹੈ, ਕੋਈ ਨੈਤਿਕ ਗੁਣ ਨਹੀਂ ਹੈ। ਕਰੁਣਾ ਕੋਈ ਸਦਗੁਣ ਨਹੀਂ ਹੈ, ਇਹ ਨਿਯਮਾਂ ਦਾ ਨਿਯਮ ਹੈ, ਸਦੀਵੀ ਲੈਅਬੱਧਤਾ ਹੈ। ਸਾਰੀਆਂ ਵਸਤੂਆਂ ਦਾ ਕੌਸ਼ਲ ਅਤੇ ਕਦੀਮੀ ਪ੍ਰੇਮ ਦਾ ਵਿਧਾਨ ਕਹਿੰਦਾ ਇਹ ਕਰੁਣਾ ਕੋਈ ਨੈਤਿਕਤਾ ਨਹੀਂ ਹੈ। ਜਿਸ ਕਰੁਣਾ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ ਇਹ ਕਰੁਣਾ ਕੋਈ ਦਇਆ ਵੀ ਨਹੀਂ ਹੈ ਕਿ ਦੂਜਿਆਂ ਉੱਤੇ ਦਇਆ ਕਰੋ, ਕਿਉਂਕਿ ਦਇਆ ਵਿੱਚ ਵੀ ਹੰਕਾਰ ਮੌਜੂਦ ਹੈ। ਇਹ ਕਰੁਣਾ ਤਾਂ ਪ੍ਰੇਮ ਦਾ ਇੱਕ ਵਿਧਾਨ ਹੈ। ਇਸ ਵਿੱਚ ਕੋਈ ਹਮੀ ਨਹੀਂ ਕਿ ਮੈਂ ਦਇਆ ਕਰਾਂ ਤਾਂ ਸ੍ਰੇਸ਼ਟ ਹੋ ਜਾਵੇਗਾ। ਹੁਣ ਕੋਈ ਸ੍ਰੇਸ਼ਟਤਾ ਦੇ ਲਈ ਬਾਕੀ ਨਹੀਂ ਬਚੀ, ਉਸਨੇ ਸਾਰੀ ਸ੍ਰੇਸ਼ਟਤਾ ਪਾ ਲਈ ਹੈ। ਹੁਣ ਦੇਣ ਨਾਲ ਵੀ ਕੁਝ ਹੋਰ ਜ਼ਿਆਦਾ ਨਹੀਂ ਹੋ ਜਾਏਗਾ। ਹੁਣ ਵੰਡਣਾ ਉਸ ਦੇ ਲਈ ਕੋਈ ਪੁੰਨ ਨਹੀਂ ਹੈ, ਉਸਨੇ ਸਭ ਪੁੰਨ ਪਾ ਲਏ ਹਨ। ਇਸ ਲਈ ਸਵਾਲ ਉੱਠਦਾ ਹੈ ਕਿ ਅਰਹਤ ਕਿਉਂ ਵੰਡੇ? ਕਿਉਂਕਿ ਸਾਡੀ ਭਾਸ਼ਾ ਵਿੱਚ ਤਕਲੀਫ ਇਹ ਹੈ ਕਿ ਅਸੀਂ ਸੋਚਦੇ ਹਾਂ ਜਦ ਕੁਝ ਮਿਲਣ ਵਾਲਾ ਹੀ ਨਹੀਂ ਉਸ ਤੋਂ ਤਾਂ ਕਿਉਂ ਵੰਡੇ। ਤਾਂ ਵੰਡਣਾ ਕੀ ਹੈ? ਨਾ ਕੋਈ ਦਬਾਅ ਹੈ, ਨਾ ਕੋਈ ਮਿਲਣ ਦੀ ਆਸ ਹੈ, ਨਾ ਕੋਈ ਵਧਾਰਾ ਹੋਣ ਵਾਲਾ ਹੈ। ਅਰਹਤ ਤੋਂ ਉੱਪਰ ਜਾਣ ਦਾ ਕੋਈ ਉਪਾਅ ਨਹੀਂ ਹੈ। ਆਖਰੀ ਸਿਖਰ ਛੋਹ ਲਿਆ ਗਿਆ ਹੈ। ਸੂਤਰ ਕਹਿੰਦਾ ਹੈ ਇਹ ਕੋਈ ਦਇਆ ਨਹੀਂ ਹੈ, ਇਸ ਤੋਂ ਕੁਝ ਕਮਾਈ ਹੋਣ ਵਾਲੀ ਨਹੀਂ ਹੈ, ਲੇਕਿਨ ਇਹ ਪ੍ਰੇਮ ਦਾ ਵਿਧਾਨ ਹੈ। ਜਿਵੇਂ ਵਾਸ਼ਨਾ ਜਗਤ ਦਾ ਵਿਧਾਨ ਹੈ ਐਵੇਂ ਕਰੁਣਾ ਦੇ ਪਾਰ ਜਾਣ ਵਾਲੇ ਦਾ ਵਿਧਾਨ ਹੈ। ਇਹ ਸਵੈ ਇੱਛਾ ਨਾਲ ਚੁਣਿਆ ਹੋਇਆ ਨਿਯਮ ਹੈ, ਇਸ ਲਈ ਇਸ ਨੂੰ ਨਿਯਮਾਂ ਦਾ ਨਿਯਮ ਕਿਹਾ ਹੈ। ਕਿਉਂਕਿ ਜਿਹੜੇ ਨਿਯਮ ਸਵੈ ਇੱਛਾ ਨਾਲ ਨਹੀਂ ਚੁਣੇ ਜਾਂਦੇ ਉਹ ਬੁਨਿਆਦੀ ਨਹੀਂ ਹਨ। ਇਹ ਅਲਟੀਮੇਟ ਲਾ ਹੈ ਤਾਓ ਦਾ। ਇਸ ਦੇ ਉੱਪਰ ਹੋਰ ਕੋਈ ਨਿਯਮ ਨਹੀਂ ਜਾਂਦਾ। ਮੰਗਣ ਉੱਪਰ ਹੈ, ਦੇਣਾ ਹੇਠਾਂ ਹੈ। ਵਾਸ਼ਨਾ ਸਤਾ ਤੇ ਹੈ, ਕਰੁਣਾ ਬੁਨਿਆਦ ਵਿੱਚ ਹੈ। ਜਿੰਨੀ ਹੀ ਤੂੰ ਇਸ ਦੇ ਨਾਲ ਇਕਾਤਮਕ ਹੁੰਦਾ ਹੈ, ਜਿੰਨਾ ਹੀ ਇਸ ਦੇ ਵਜੂਦ ਵਿੱਚ ਤੇਰਾ ਵਜੂਦ ਘੁਲ ਜਾਂਦਾ ਹੈ, ਜਿੰਨਾ ਹੀ ਤੂੰ ਇਸ ਦੇ ਨਾਲ ਇੱਕ ਹੁੰਦਾ ਹੈ ਜੋ ਹੈ, ਓਨਾ ਹੀ ਤੂੰ ਮੁਕੰਮਲ ਕਰੁਣਾ ਬਣ ਜਾਏਗਾ। ਅਜਿਹਾ ਹੈ ਆਰੀਆ ਮਾਰਗ, ਪੂਰਨਤਾ ਤੇ ਬੁੱਧਾਂ ਦਾ ਮਾਰਗ। ਬੁੱਧ ਨੇ ਆਰੀਆ ਸ਼ਬਦ ਦਾ ਬਹੁਤ ਇਸਤੇਮਾਲ ਕੀਤਾ ਹੈ। ਆਰੀਆ ਦਾ ਸ਼ਬਦ ਹੁੰਦਾ ਹੈ ਸਭ ਤੋਂ ਸ੍ਰੇਸ਼ਟ। ਅਜਿਹਾ ਹੈ ਆਰੀਆ ਦਾ ਰਾਹ, ਜੋ ਸਭ ਤੋਂ ਸ੍ਰੇਸ਼ਟ ਹਨ ਉਹਨਾਂ ਦਾ ਰਾਹ ਹੈ ਉਹ। ਅਜਿਹਾ ਹੈ ਪੂਰਨਤਾ ਨੂੰ ਪ੍ਰਾਪਤ ਬੁੱਧਾਂ ਦਾ ਰਾਹ।
कि वासना दे जगत दे बाद वो करुणा दे निजम नूं स्वै इच्छा नाल चुन लैंदे ने। ये चोण उन्हां दी है, कोई पाबंदी नहीं है, मुकम्मल स्वै इच्छा है। स्वै इच्छा नाल ही खड़े हो जाते हैं संसार विच उन्हां दी सहायता करन नूं जिहड़े अजे भटके हुए हैं। इसलिए उन्हां नूं समझण विच हमेशा कठिनाई हुंदी है, क्योंकि सानूं लगदा है जे एक बुद्ध भी तुहानूं समझा रहा है तो जरूर उस दा मतलब होवेगा, कोई मकसद होवेगा, क्योंकि असीं मकसद दी भाषा नूं ही समझदे हां। साडी कोई गलती नहीं है इत्थे। जे कोई तुहानूं बदलण दी कोशिश कर रहा है तो जरूर उसका कोई मकसद होवेगा, जरूर उसका कोई लाभ होवेगा, उसनूं जरूर इस विच उसनूं कुछ पाउण नूं होवेगा, पाउण दी वासना रखदा होवेगा वो तुहाडे तो, कोई प्रसिद्धि, कोई पदवी, कोई यश, कोई उच्ची आस जरूर अंदर होवेगी उसदे। नहीं तो कौन किसी लिए परेशान हुंदा है? क्यों कोई परेशान होवेगा किसी लिए? वासना दी भाषा विच जिहड़े जाउंदे ने उन्हां नूं करुणा दा कोई पता नहीं हो सकदा। इस विच भी कोई गलती नहीं, कोई उपाय नहीं है। जिवें अन्ने नूं कोई प्रकाश दिखाई नहीं पैंदा, उवें वासना वाले नूं करुणा नहीं दिसदी। करुणा भी जे दिखाई पैंदी है तो समझदा है कि उस दे अंदर कोई वासना जरूर छुपी है। इसलिए बुद्ध सदा ही गलत समझे जाते हैं, गलत समझे जाणगे, ये उन्हां दी तकदीर है। गलत उन्हां नूं समझिया ही जाएगा, क्योंकि वो जिन्हां नाल गल कर रहे ने उन्हां दी भाषा होर है, उन्हां दा निज़म होर है, लेकिन फिर भी वो चेष्टा विच रुझे रहणगे, क्योंकि जिवें जिवें उन्हां नूं दिखाई पैना शुरू हुंदा है अपणियां पीड़ां दा पंध जिस उत्ते वो गुजरे हैं अनेकां अनेकां जन्मां विच, उवें ही उन्हां नूं दिखाई पैण लगदियां हन अनेकां अनेकां आत्मावां। उसे तरह दीयां पीड़ां विचों दी गुजरदियां होईयां आत्मावां दिखाई पैंदियां ने उन्हां नूं। ये सूत्र बौद्धिस्ट पैदा करन दे सूत्र हन। जो भी अरहत दे राह ते जा रहा है उस नूं उन्हां दा चेता ना होवे, ये सूत्र विच ना होवे तां वो लीन हो जाएगा। अनेकां बुद्ध खो गए जीरो विच, शून्य विच सिद्धे ही। ये सूत्र सिर्फ इस गल दे लई गहरी चोट करन लई है कि इस दा ख्याल बनिया रहे। महाजान विच जिवें ही साधक ध्यान विच करीब पहुंचण लगदा है, इस तरह दे सूत्र दा गुरु उस नूं सूत्र देण लगदा है, क्योंकि हुण डर दा क्षण करीब आ गया है। हुण वो खतरनाक क्षण करीब आ गया जद साधक चुंबक वांग खिंच लिया जाएगा, शून्य विच खो जाएगा। ख्याल रखना, जद भी आनंद वापरदा है तो कौन रुकदा है? एक कदम भी कौन रुकना चाहुंदा है? जद महाआनंद नज़दीक खड़ा होवे तां तुसीं उस वल पिठ नहीं कर पाओगे। तद तां मन होवेगा कुद जाइए, डुब जाइए। उस समय इन्हां सूत्रां दा चेता बनिया रहे तां शायद कोई पिठ करके खड़ा हो जावे, परत के संसार दी तरफ देखे, जो पिछे रह गए ने उन्हां दी तरफ देखे। देखदियां ही संसार दा दूसरा निजम शुरू हो जाएगा, करुणा दा निजम। पर जे ना देखिया तो वो निजम काम नहीं करेगा। एक बार भी पिछे मुड़ के देख लिया तो वासना अलोप हो गई, करुणा कार्यशील हो गई, दूजे निजम दा सूत्रपान हो गया। अरिहत दे राह ते, हीन जान दे राह ते एन उस तो उल्टे निजम दा सूत्र काम आउंदा है, क्योंकि हीन जान दे साधकां नूं समझाया जाता है कि जद महाशून्य करीब आवे तां तू मुड़ के पिछे ना देखी, क्योंकि जे तू मुड़ के पिछे देखिया तां फिर जुग्गां तीक तैनूं इत्थे ही ठहरना पेगा। एक बार पिछे देख लिया जे तां ये जो दृश्य है पिछे वो सानूं पता नहीं वो दृश्य कितना भयानक है।
ਇਉਂ ਸਮਝੋ ਜੇ ਮੈਂ ਤੁਹਾਡੀਆਂ ਸਾਰੀਆਂ ਵਾਸ਼ਨਾਵਾਂ ਖੋਲ੍ਹ ਕੇ ਦੇਖਾਂ, ਤੁਹਾਡੀਆਂ ਸਾਰੀਆਂ ਪੀੜਾਂ ਨੂੰ, ਹਿਰਦੇ ਦੇ ਕੰਡਿਆਂ ਨੂੰ, ਸਭ ਨੂੰ ਉਖਾੜ ਕੇ ਰੱਖ ਲਵਾਂ, ਤਦ ਜੋ ਮੈਨੂੰ ਦਿਖਾਈ ਪਏਗਾ ਇੱਕ ਇੱਕ ਆਦਮੀ, ਇੱਕ ਇੱਕ ਨਰਕ ਹੈ, ਉੱਪਰ ਤੋਂ ਲਿਪਿਆ ਪੋਚਿਆ ਹੈ, ਵਾਈਟ ਵਾਸ਼ਡ ਹੈ। ਤਾਂ ਉਹ ਜੁਦਾ ਗੱਲ ਹੈ। ਉੱਪਰੋਂ ਕੰਧ ਬਣੀ ਰਹੀ ਹੈ, ਲਿਪੀ ਪੋਚੀ ਕੰਧ ਬਣੀ ਹੋਈ ਹੈ, ਰੰਗ ਰੋਗਨ ਕਰ ਰੱਖਿਆ ਹੈ, ਕੁਝ ਦਿਖਾਈ ਨਹੀਂ ਪੈਂਦਾ। ਜੇ ਅਸੀਂ ਇੱਕ ਇੱਕ ਆਦਮੀ ਨੂੰ ਖੋਲ੍ਹ ਦਈਏ ਤਾਂ ਨਰਕ ਦੀ ਵੀ ਮਾਦਵ ਵਹਿਣੀ ਸ਼ੁਰੂ ਹੋ ਜਾਣੀ ਹੈ। ਜੇ ਅਸੀਂ ਸਾਰੇ ਜਗਤ ਨੂੰ, ਜਦ ਕੋਈ ਬੌਧਿਸਤ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਉੱਥੇ ਮਵਾਦ ਦਾ, ਪੀੜ ਦਾ, ਦੁੱਖ ਦਾ, ਘਿਰਨਾ ਦਾ, ਹਿੰਸਾ ਦਾ ਰਾਜ ਹੈ। ਤਾਂ ਹੀਨ ਜਾਣ ਦੇ ਸਾਧਕ ਨੂੰ ਆਖਰੀ ਛਣ ਵਿੱਚ ਕਿਹਾ ਜਾਂਦਾ ਹੈ ਕਿ ਤੂੰ ਪਿੱਛੇ ਮੁੜ ਕੇ ਨਾ ਦੇਖੀ, ਕਿਉਂਕਿ ਨਦੀ ਵਿੱਚ ਜਦ ਗਿਰਨ ਲੱਗਦੀ ਹੈ ਧਾਰ, ਜਾਂ ਨਦੀ ਸਾਗਰ ਵਿੱਚ ਗਿਰਨ ਲੱਗਦੀ ਹੈ ਤਾਂ ਇੱਕ ਵਾਰ ਪਿੱਛੇ ਮੁੜ ਕੇ ਦੇਖ ਲੈਂਦੀ ਹੈ ਉਸ ਰਾਹ ਨੂੰ ਜਿਸ ਤੋਂ ਹੋ ਕੇ ਆਈ ਹੈ, ਤਾਂ ਉਹ ਪਿੱਛੇ ਦੀ ਹੀ ਰਹਿ ਜਾਂਦੀ ਹੈ। ਤੂੰ ਮੁੜ ਕੇ ਪਿੱਛੇ ਨਾ ਦੇਖੀ, ਨਹੀਂ ਤਾਂ ਫਿਰ ਤੈਨੂੰ ਕੰਡੇ 'ਤੇ ਪਿਆ ਰਹਿ ਜਾਣਾ ਪਏਗਾ ਅਨੇਕਾਂ ਅਨੇਕਾਂ ਜੁੱਗਾਂ ਤੀਕ, ਕਿਉਂਕਿ ਜੋ ਤੈਨੂੰ ਦਿਖਾਈ ਪਏਗਾ ਉਹ ਤੈਨੂੰ ਤੇਰੀ ਕਰੁਣਾ ਨੂੰ ਪੈਦਾ ਕਰੇਗਾ। ਆਪੋ ਆਪਣੇ ਸੂਤਰ ਚੁਣ ਲੈਣੇ ਚਾਹੀਦੇ ਨੇ। ਉਸ ਸੂਤਰ ਨੂੰ ਧਿਆਨ ਪੂਰਵਕ ਮਨ ਵਿੱਚ ਬਿਠਾਇਆ ਜਾਣਾ ਚਾਹੀਦਾ ਹੈ, ਗਹਿਰੇ ਤੋਂ ਗਹਿਰਾ, ਤਾਂ ਜੋ ਅਚੇਤਨ ਵਿੱਚ ਪ੍ਰਵੇਸ਼ ਕਰ ਜਾਵੇ। ਜਦ ਅਸੀਂ ਦੁਆਰ 'ਤੇ ਖੜ੍ਹੇ ਹੋਈਏ ਤਾਂ ਸਾਡੇ ਕੰਮ ਆ ਜਾਵੇ। ਜੇ ਲੱਗਦਾ ਹੋਵੇ ਕਿ ਹੀਨ ਜਾਣੀ ਰਾਹ ਹੈ, ਲੱਗਦਾ ਹੋਵੇ ਮੈਂ ਸ਼ੂਨਿਆਂ ਵਿੱਚ ਹੀ ਚਲੇ ਜਾਣਾ ਹੈ, ਤਾਂ ਫਿਰ ਇਹਨਾਂ ਸੂਤਰਾਂ ਤੋਂ ਬਚਣਾ ਚਾਹੀਦਾ ਹੈ। ਲੱਗਦਾ ਹੋਵੇ ਕਿ ਮੁਨਾਸਿਬ ਨਹੀਂ ਹੈ ਜਾਂ ਮੁਨਾਸਿਬ ਇਹੀ ਹੈ, ਕਿਉਂਕਿ ਮੇਰਾ ਫਿਰ ਕੁਝ ਖੋਏਗਾ ਨਹੀਂ। ਅਨੰਤ ਕਾਲ ਤੱਕ ਜੇ ਰੁਕਿਆ ਰਾਹ ਮੈਂ ਕੰਡੇ 'ਤੇ, ਤਾਂ ਵੀ ਮੈਂ ਜੋ ਪਾਉਣਾ ਸੀ ਉਹ ਪਾ ਲਿਆ ਹੈ। ਮੇਰਾ ਕੁਝ ਖੋਂਦਾ ਨਹੀਂ, ਪਰ ਮੈਂ ਦੂਜਿਆਂ ਦੇ ਕੰਮ ਆ ਸਕਦਾ। ਇੱਕ ਦੂਸਰੇ ਕਰੁਣਾ ਦੇ ਨਿਯਮ ਦੇ ਸੂਤਰ ਹੱਥ ਵਿੱਚ ਆਉਂਦਿਆਂ ਹੀ ਮੈਂ ਸਹਿਯੋਗੀ ਅਤੇ ਸਹਾਰਾ ਬਣ ਜਾਂਦਾ। ਸੂਤਰ ਇਹ ਕਹਿੰਦਾ ਹੈ ਕਿ ਸਾਨੂੰ ਕਿਸੇ ਹੋਰ ਦਾ ਸਹਾਰਾ ਬਣ ਜਾਣਾ ਚਾਹੀਦਾ ਹੈ। ਜਦੋਂ ਸਾਡੇ ਕੋਲ ਮਹਾਂ ਗਿਆਨ ਹੋ ਗਿਆ, ਸਾਡੇ ਕੋਲ ਜਦ ਮਹਾਂ ਗਿਆਨ ਪ੍ਰਾਪਤ ਹੋ ਗਿਆ। ਇੱਕ ਹੋਰ ਸ਼ਬਦ ਹੈ ਅਰਿਹਤ ਦੇ ਲਈ। ਸੂਤਰ ਕਹਿੰਦਾ ਹੈ ਸਭ ਖੋ ਚੁੱਕਾ ਹੈ, ਤੇਰੀ ਤ੍ਰਿਸ਼ਨਾ ਮਿਟ ਗਈ। ਤੇਰੀ ਤ੍ਰਿਸ਼ਨਾ ਦੇ ਨਾਲ ਤੇਰੇ ਦੁੱਖਾਂ ਦੇ ਸਾਗਰ ਅਲੋਪ ਹੋ ਗਏ। ਖੁਦ ਦੀ ਤ੍ਰਿਸ਼ਨਾ ਹੀ ਖੁਦ ਦਾ ਦੁੱਖ ਹੈ। ਤੇਰੇ ਲਈ ਕੁਝ ਪਾਉਣ ਨੂੰ ਨਹੀਂ ਬਚਿਆ, ਤੂੰ ਸਭ ਪਾ ਲਿਆ। ਤੂੰ ਹੋ ਗਿਆ ਜੋ ਹੋ ਸਕਦਾ ਸੀ, ਤੇਰੇ ਫੁੱਲ ਖਿੜ ਗਏ ਨੇ। ਲੇਕਿਨ ਇੱਕ ਆਖਰੀ ਸ਼ਬਦ ਹੋਰ ਹੈ। ਉਹ ਆਖਰੀ ਸ਼ਬਦ ਹੈ ਕਰੁਣਾ ਦੇ ਸੰਬੰਧ ਵਿੱਚ। ਇਸ ਨੂੰ ਅਸੀਂ ਪਹਿਲਾਂ ਸਮਝ ਲਿਆ ਹੈ ਕਿ ਕਰੁਣਾ ਕੀ ਹੈ। ਕਰੁਣਾ ਦਾ ਅਰਥ ਕੀ ਹੈ? ਕਰੁਣਾ ਦਾ ਅਰਥ ਜੋ ਤੇਰੇ ਕੋਲ ਹੈ ਉਹ ਦੇ ਦੇਣਾ ਹੈ, ਦੂਸਰਿਆਂ ਨੂੰ ਦੇ ਦੇਣਾ ਹੈ, ਉਹੀ ਕਰੁਣਾ ਹੈ। ਸੂਤਰ ਇਹੀ ਕਹਿੰਦਾ ਹੈ ਕਿ ਮਨੁੱਖ ਨੂੰ ਦੇਖਣਾ ਨਹੀਂ ਚਾਹੀਦਾ, ਮਨੁੱਖ ਨੂੰ ਆਪਣੀ ਸੂਝ ਦੀ ਆਵਾਜ਼ ਸੁਣ ਕੇ ਸਭ ਦੇ ਦੇਣਾ ਚਾਹੀਦਾ ਹੈ। ਜਦੋਂ ਦੇਣ ਵਾਲਾ ਬਣ ਗਿਆ ਤਾਂ ਉਹ ਖੁਦ ਪਰਮਾਤਮਾ ਬਣ ਗਿਆ। ਸੋ ਬਾਕੀ ਕੱਲ੍ਹ ਤੱਕ ਜੇਕਰ ਤੁਹਾਨੂੰ ਓਸ਼ੋ ਦੇ ਪ੍ਰਵਚਨ ਪਸੰਦ ਆ ਰਹੇ ਨੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ। ਨਾਲ ਹੀ ਚੈਨਲ ਨੂੰ ਵੀ ਸਪੋਰਟ ਜ਼ਰੂਰ ਕਰੋ, ਤਾਂ ਜੋ ਮੈਂ ਤੁਹਾਡੇ ਸਾਹਮਣੇ ਓਸ਼ੋ ਦੀਆਂ ਹੋਰ ਕਿਤਾਬਾਂ ਮੰਗਵਾ ਕੇ ਪੇਸ਼ ਕਰ ਸਕਾਂ, ਤੁਹਾਨੂੰ ਹੋਰ ਪ੍ਰਵਚਨਾਂ ਦਾ ਆਨੰਦ ਮਿਲ ਸਕੇ। ਸੋ ਧੰਨਵਾਦ ਜੀ। ਕੱਲ੍ਹ ਤੱਕ ਬਾਏ ਬਾਏ।